Hello dear students, welcome to SM Tutorials। इस ਲੈਕਚਰ ਵਿੱਚ ਆਪਾਂ ਗੱਲ ਕਰਾਂਗੇ HTML ਬਾਰੇ। HTML ਆਪਾਂ ਨੂੰ ਪਤਾ ਹੈ ਕਿ ਵੈਬਸਾਈਟ ਦੀ ਡਿਵੈਲਪਮੈਂਟ ਵਿੱਚ ਯੂਜ਼ ਹੁੰਦੀ ਹੈ। ਵਿਦਆਊਟ HTML we cannot develop a website। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ full form of HTML। The full form of HTML is Hypertext Markup Language। Hypertext ਦਾ ਕੀ ਮਤਲਬ ਹੈ? A text used for linking a web pages। ਜਿੰਨੇ ਵੀ ਆਪਾਂ ਲਿੰਕਸ ਵੈਬਸਾਈਟ ਦੇ ਉੱਪਰ ਦੇਖਦੇ ਹਾਂ ਉਹ ਕੀ ਹੈ? Hypertext। ਹੋਰ ਆਪਾਂ ਕੀ ਕਹਿ ਸਕਦੇ ਹਾਂ Hypertext ਨੂੰ? It is a text on a web page which on clicking opens a new page। Next है markup। Markup means highlighting the text either by underlining it or displaying it in a different colors। ਆਪਾਂ ਦੇਖਦੇ ਹਾਂ ਕਿ ਵੈਬਸਾਈਟ ਦੇ ਉੱਪਰ ਬਹੁਤ ਸਾਰੇ ਟੈਕਸਟ ਦਿੱਤੇ ਹੁੰਦੇ ਆ। ਪੈਰਾਗ੍ਰਾਫ ਟੈਕਸਟ ਹੁੰਦਾ ਹੈ, ਹੈਡਰ ਟੈਕਸਟ ਹੁੰਦੇ ਆ, ਕਿਸੇ ਦਾ ਟੈਕਸਟ ਕੋਈ ਸਾਈਜ਼ ਬਿਗਰ ਹੈ, ਕੋਈ ਸਮਾਲਰ ਹੈ, ਕੋਈ ਡਿਫਰੈਂਟ ਕਲਰ ਹੈ। ਦੈਟ ਇਜ਼ ਉਹ ਕਿਸ ਤਰ੍ਹਾਂ ਹੁੰਦਾ? ਇਟ ਇਜ਼ ਡਨ ਵਿਦ ਦੀ ਹੈਲਪ ਆਫ ਮਾਰਕਅਪ। ਥਰਡ ਹੈ ਲੈਂਗੁਏਜ। ਲੈਂਗੁਏਜ ਕੀ ਹੁੰਦਾ ਹੈ? ਇਜ਼ ਅ ਵੇ ਆਫ ਕਮਿਊਨੀਕੇਸ਼ਨ। ਅਗਰ ਆਪਾਂ HTML ਦੀ ਗੱਲ ਕਰੀਏ ਤਾਂ HTML ਦੇ ਅੰਦਰ ਲੈਂਗੁਏਜ ਦਾ ਮੀਨਸ ਕੀ ਹੈ? Communication between our web pages according to its syntax and rules। देखो हर एक लैंग्वेज ਦਾ ਇੱਕ syntax ਹੁੰਦਾ ਹੈ, ਇੱਕ rules ਹੁੰਦਾ ਹੈ। ਇਸੇ ਤਰ੍ਹਾਂ ਹੀ HTML ਦੇ ਵਿੱਚ ਵੀ ਇੱਕ syntax ਤੇ rules ਹੁੰਦੇ ਆ according to ਉਹ web pages ਇੱਕ ਦੂਸਰੇ ਨਾਲ communicate ਕਰਦੇ ਹਨ। ਸੋ ਫੁੱਲ ਫਾਰਮ ਕੀ ਹੈ? Hypertext Markup Language। ਨੈਕਸਟ ਆਪਾਂ ਗੱਲ ਕਰਾਂਗੇ definition of HTML। definition ਕੀ ਹੈ? It stands for Hypertext Markup Language। It is a complete code package। HTML की एक complete code package है that allows user to create a web pages। With the help of HTML, we can create a web pages। देखो, HTML alone is not responsible for creating of a web pages, but along with HTML, various other technologies are also used like CSS and scripting languages। ਇਸ ਦੇ ਬਾਰੇ ਆਪਾਂ ਆਪਣੇ ਫਿਊਚਰ ਲੈਸਨਸ ਦੇ ਵਿੱਚ ਵੀ ਗੱਲ ਕਰਾਂਗੇ। So definition, it stands for Hypertext Markup Language। It is a complete code package that allows the user to create web pages। It can be assisted by technologies such as CSS and JS। HTML document contains textual and graphical information। ਜਿਹੜਾ HTML document ਹੈ ਉਸ ਦੇ ਵਿੱਚ ਟੈਕਸਚੁਅਲ ਤੇ ਗ੍ਰਾਫਿਕਲ ਇਨਫੋਰਮੇਸ਼ਨ ਹੁੰਦੀ ਹੈ। ਆਪਾਂ ਦੇਖਦੇ ਹਾਂ ਵੈਬਸਾਈਟ ਦੇ ਵਿੱਚ ਆਪਾਂ ਨੂੰ ਬਹੁਤ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੁੰਦੀ ਹੈ ਇਨ ਦੀ ਫਾਰਮ ਆਫ ਪਿਕਚਰਸ, ਇਨ ਦੀ ਫਾਰਮ ਆਫ ਵੀਡੀਓਜ਼, ਇਨ ਦੀ ਫਾਰਮ ਆਫ ਟੈਕਸਟ, ਇਨ ਦੀ ਫਾਰਮ ਆਫ ਫਾਰਮਸ। ਇਹ ਸਾਰਾ ਕੀ ਹੈ? HTML ਡਾਕੂਮੈਂਟ ਹੈ। ਨੈਕਸਟ ਆਪਾਂ ਗੱਲ ਕਰਾਂਗੇ ਹਿਸਟਰੀ ਆਫ HTML। ਦੇਖੋ HTML ਜਿਹੜੀ 1980s ਦੇ ਵਿੱਚ ਇੰਟਰੋਡਿਊਸ ਹੋਈ ਸੀਗੀ, ਬਟ ਐਟ ਦੈਟ ਟਾਈਮ ਇਸ ਦਾ ਨਾਮ HTML ਨਹੀਂ ਸੀਗਾ। ਉਸ ਦਾ ਨਾਮ ਕੀ ਸੀਗਾ? GML, ਜਨਰਲ ਮਾਰਕਅਪ ਲੈਂਗੁਏਜ। IBM ਕੰਪਨੀ ਹੈ ਜਿਹੜੀ ਉਸਨੇ ਇੰਟਰੋਡਿਊਸ ਕਰਿਆ ਸੀਗਾ 1980s ਦੇ ਵਿੱਚ। ਦੈਨ 1986 ਦੇ ਵਿੱਚ ISO ਇੱਕ ਆਰਗੇਨਾਈਜੇਸ਼ਨ ਹੈ, ਇੰਟਰਨੈਸ਼ਨਲ ਸਟੈਂਡਰਡਸ ਆਰਗੇਨਾਈਜੇਸ਼ਨ, ਉਸਨੇ ਇਸ ਨੂੰ ਸਟੈਂਡਰਡਾਈਜ਼ ਕਰਿਆ। ਦੇਖੋ ਬੱਚੇ, ਸਟੈਂਡਰਡਾਈਜ਼ ਕਰਨ ਦਾ ਮਤਲਬ ਹੈ ਕਿ ਹੁਣ ਇੱਕ ਵੈਬਸਾਈਟ ਹੈ, ਉਸਨੂੰ ਆਪਾਂ ਇੱਕ ਵੈਬਸਾਈਟ ਆਪਾਂ ਡਿਫਰੈਂਟ ਬਰਾਊਜ਼ਰ ਦੇ ਵਿੱਚ ਓਪਨ ਕਰਦੇ ਹਾਂ, ਮੋਬਾਈਲ ਦੇ ਵਿੱਚ ਓਪਨ ਕਰਦੇ ਹਾਂ, ਲੈਪਟਾਪ ਦੇ ਵਿੱਚ ਓਪਨ ਕਰਦੇ ਹਾਂ, ਕੰਪਿਊਟਰ ਦੇ ਵਿੱਚ ਓਪਨ ਕਰਦੇ ਹਾਂ। ਦੇਖੋ ਡਿਫਰੈਂਟ ਪਲੇਟਫਾਰਮਸ ਹੈ। ਸਟੈਂਡਰਡਾਈਜ਼ ਕਰਨ ਨਾਲ ਕੀ ਹੁੰਦਾ ਹੈ? ਹਰੇਕ ਪਲੇਟਫਾਰਮ ਇੱਕ ਸਟੈਂਡਰਡ ਫੋਲੋ ਕਰਦਾ ਹੈ ਉਸ ਵੈਬ ਪੇਜ ਨੂੰ ਓਪਨ ਕਰਨ ਵਾਸਤੇ। ਠੀਕ ਹੈ, 1986 ਦੇ ਵਿੱਚ ਇਸ ਨੂੰ ਸਟੈਂਡਰਡਾਈਜ਼ ਕਰਿਆ ਗਿਆ। ਪਹਿਲਾਂ ਇਹ ਸਟੈਂਡਰਡਾਈਜ਼ ਨਹੀਂ ਸੀਗੀ, ਇਸ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਸੀ। ਇਸ ਨੂੰ ISO ਕੰਪਨੀ ਸਟੈਂਡਰਡਾਈਜ਼ ਕਰਿਆ ਤੇ ਇਸ ਨੂੰ ਰੀਨੇਮ ਕਰਤਾ SGML, ਸਟੈਂਡਰਡ ਜਨਰਲਾਈਜ਼ਡ ਮਾਰਕਅਪ ਲੈਂਗੁਏਜ। ਇਨ 1989 ਦੇ ਵਿੱਚ ਟਿਮ ਬਰਨਰਸ-ਲੀ ਤੇ ਉਸਦੀ ਟੀਮ ਨੇ ਇਸ ਨੂੰ ਫਾਈਨਲੀ ਡਿਵੈਲਪ ਕਰਿਆ ਐਜ਼ HTML। HTML ਉਸਨੂੰ ਡਿਵੈਲਪ ਕਰਿਆ ਟਿਮ ਬਰਨਰਸ-ਲੀ ਤੇ ਉਸਦੀ ਟੀਮ ਨੇ।
इन बिटवीन ਜਦੋਂ HTML फाइनली इंट्रोड्यूस होई ਤਾਂ ਇਸ ਦੇ ਵਿੱਚ ਬਹੁਤ ਸਾਰੇ ਚੇਂਜਸ ਆਏ, ਬਹੁਤ ਸਾਰੇ ਵਰਜ਼ਨਸ ਇੰਟਰੋਡਿਊਸ ਹੋਏ। ਹੁਣ ਆਪਾਂ ਨੈਕਸਟ ਇਸ ਦੇ ਵਿੱਚ ਵਰਜ਼ਨਸ ਦੇ ਬਾਰੇ ਦੇ ਗੱਲ ਕਰਾਂਗੇ। ਵਰਜ਼ਨਸ ਆਫ HTML। ਸਭ ਤੋਂ ਪਹਿਲਾਂ ਜਿਹੜਾ ਵਰਜ਼ਨ ਆਇਆ HTML 1.0, ਇਹ ਰਿਲੀਜ਼ ਹੋਇਆ 1993 ਦੇ ਵਿੱਚ। ਇਸ ਦੇ ਵਿੱਚ ਕੀ ਸੀਗਾ, ਬੇਸਿਕ ਐਲੀਮੈਂਟਸ ਦੀ ਸਪੋਰਟ ਸੀਗੀ, ਲਾਈਕ ਸਿੰਪਲ ਟੈਕਸਟ ਕੰਟਰੋਲ ਸੀਗੇ ਤੇ ਇਮੇਜਿਸ ਕੰਟਰੋਲਸ ਹੀ ਯੂਜ਼ ਹੁੰਦੇ ਸੀਗੇ। ਇਸ ਤੋਂ ਇਲਾਵਾ ਆਪਾਂ ਜਿਵੇਂ ਵੀਡੀਓਜ਼ ਜਾਂ ਫਾਰਮਸ, ਅੱਜ ਕੱਲ੍ਹ ਆਪਾਂ ਵੈਬਸਾਈਟ 'ਤੇ ਦੇਖਦੇ ਹਾਂ ਬਹੁਤ ਸਾਰੇ ਐਨੀਮੇਟਿਡ ਗ੍ਰਾਫਿਕਸ, ਇਹ ਕੁਛ ਆਪਾਂ ਇੰਸਰਟ ਨਹੀਂ ਕਰ ਸਕਦੇ ਸੀਗੇ, ਆਪਾਂ ਸ਼ੋਅ ਨਹੀਂ ਕਰ ਸਕਦੇ ਸੀਗੇ। ਬਹੁਤ ਸਿੰਪਲ ਐਲੀਮੈਂਟਸ ਦੀ ਹੀ ਸਪੋਰਟ ਸੀਗੀ। ਇਸ ਨੂੰ ਆਪਾਂ ਬੇਸਿਕ ਵਰਜ਼ਨ ਵੀ ਕਹਿੰਦੇ ਸੀਗੇ HTML ਦਾ। ਇਸ ਦੇ ਵਿੱਚ ਸਟਾਈਲਿੰਗ ਫੀਚਰਸ ਨਹੀਂ ਸੀਗੇ, ਮਤਲਬ ਕਿ ਆਪਾਂ ਬਹੁਤ ਜ਼ਿਆਦਾ ਉਸਨੂੰ ਵੈਬਸਾਈਟ ਨੂੰ ਸਟਾਈਲਿਸ਼ ਨਹੀਂ ਬਣਾ ਸਕਦੇ ਸੀਗੇ, ਬਹੁਤ ਜ਼ਿਆਦਾ ਡਾਇਨਾਮਿਕ ਵੈਬਸਾਈਟ ਨਹੀਂ ਬਣਾ ਸਕਦੇ ਜਿਸ ਤਰ੍ਹਾਂ ਦੀ ਵੈਬਸਾਈਟਸ ਅੱਜ ਕੱਲ੍ਹ ਹੁੰਦੀਆਂ ਹੈ। ਟੇਬਲਸ ਫੌਂਟਸ ਚੇਂਜ ਨਹੀਂ ਕਰ ਸਕਦੇ, ਟੇਬਲਸ ਨਹੀਂ ਕ੍ਰੀਏਟ ਕਰ ਸਕਦੇ ਸੀਗੇ। ਨੈਕਸਟ ਵਰਜ਼ਨ ਆਇਆ 1995 ਦੇ ਵਿੱਚ HTML 2.0। ਇਹ ਵਰਜ਼ਨ HTML 1 ਦਾ ਇੰਪਰੂਵਡ ਵਰਜ਼ਨ ਸੀਗਾ। ਇਸ ਦੇ ਵਿੱਚ ਜਿਹੜੇ ਮਾਰਕਅਪ ਸੀਗੇ, ਐਲੀਮੈਂਟ ਸੀਗੇ, ਬੇਸਿਕ ਐਲੀਮੈਂਟ ਸੀਗੇ, ਉਹਨਾਂ ਵਿੱਚ ਥੋੜ੍ਹੀ ਜਿਹੀ ਇੰਪਰੂਵਮੈਂਟ ਹੋਈ। ਇਸ HTML 2 ਦੇ ਵਿੱਚ ISO ਨੇ ਇਸ ਨੂੰ ਸਟੈਂਡਰਡਾਈਜ਼ ਵੀ ਕਰਿਆ। ਫਾਰਮਸ ਤੇ ਟੇਬਲ ਟੈਗਸ ਵੀ ਇੰਟਰੋਡਿਊਸ ਕੀਤੇ ਗਏ ਇਸ ਦੇ ਵਿੱਚ। ਬਟਨ ਟੈਗਸ ਵੀ ਇੰਟਰੋਡਿਊਸ ਹੋਏ ਇਸ ਦੇ ਵਿੱਚ। ਨੈਕਸਟ ਇਹਦੇ ਵਿੱਚ ਆਇਆ 1997 ਦੇ ਵਿੱਚ, ਆਫਟਰ HTML 2 ਅ ਨਿਊ ਵਰਜ਼ਨ 3.2 ਰਿਲੀਜ਼ ਹੋਇਆ 1997 ਦੇ ਵਿੱਚ। ਇਸ ਦੇ ਵਿੱਚ ਫਰਦਰ ਇੰਪਰੂਵਮੈਂਟਸ ਹੋਈਆਂ HTML 2 ਦੇ ਵਿੱਚ। ਇਸ ਦੇ ਵਿੱਚ ਨਿਊ ਐਲੀਮੈਂਟਸ ਇੰਟਰੋਡਿਊਸ ਕੀਤੇ ਗਏ। CSS, ਆਪਾਂ ਗੱਲ ਕਰੀ ਸੀ ਡੈਫੀਨੇਸ਼ਨ ਦੇ ਵਿੱਚ ਕਿ ਜਿਹੜਾ HTML ਹੈ ਅਲੋਨ ਵੈਬਸਾਈਟ ਕ੍ਰੀਏਟ ਕਰਨ ਦੇ ਵਿੱਚ ਰਿਸਪੌਂਸੀਬਲ ਨਹੀਂ ਹੁੰਦਾ, ਬਟ ਅਲੋਂਗ ਵਿਦ ਅਦਰ ਸਕ੍ਰਿਪਟਸ ਵੀ ਯੂਜ਼ ਕੀਤੇ ਜਾਂਦੀਆਂ ਹੈ। ਇਸ ਦੇ ਵਿੱਚ ਕੀ ਹੈ, ਸਟਾਈਲ ਸ਼ੀਟਸ ਇੰਟਰੋਡਿਊਸ ਕੀਤੀਆਂ ਗਈਆਂ। ਸਟਾਈਲ ਸ਼ੀਟਸ ਕੀ ਹੁੰਦਾ ਹੈ ਬੇਟੇ, ਇਹ ਇੱਕ ਵੈਬਸਾਈਟ ਨੂੰ ਸਟਾਈਲ ਕਰਨ ਲਈ, ਲੇਆਊਟ ਬਣਾਉਣ ਲਈ ਯੂਜ਼ ਕਰਿਆ ਜਾਂਦਾ ਹੈ। ਇਸ ਦੇ ਵਿੱਚ ਉਹਦੀ ਸਪੋਰਟ ਇੰਟਰੋਡਿਊਸ ਕੀਤੀ ਗਈ। ਤਾਂ ਕਿ ਜਿਹੜੀ ਵੈਬਸਾਈਟ ਹੈ, ਮਤਲਬ ਕਿ CSS ਦੇ ਇੰਟਰੋਡਿਊਸ ਕਰਨ ਨਾਲ ਜਿਹੜੀ ਵੈਬਸਾਈਟ ਦੀ ਲੁੱਕ ਤੇ ਉਹਦੀ ਫੀਲ ਹੈ ਉਹ ਬੈਟਰ ਹੋ ਗਈ, ਉਸਨੂੰ ਅੱਛੀ ਇੱਕ ਡਿਸਪਲੇ, ਉਹਦਾ ਇੱਕ ਫਾਰਮੈਟ ਹੈ, ਪ੍ਰੋਪਰ ਡਿਸਪਲੇ ਹੋਣ ਲੱਗ ਗਿਆ। ਉਸ ਤੋਂ ਬਾਅਦ ਨੈਕਸਟ ਆਇਆ ਬੇਟੇ HTML 4.01। ਇਹ 3.2 ਤੋਂ ਬਾਅਦ ਰਿਲੀਜ਼ ਹੋਇਆ 1999 ਦੇ ਵਿੱਚ। ਇਹਦੇ ਵਿੱਚ ਵੀ ਹੋਈ ਸੀਗਾ, ਮਤਲਬ ਕਿ ਇਸ ਨੂੰ ਬੈਟਰ ਸਪੋਰਟ ਕਰੀਬ ਨਿਊ ਐਲੀਮੈਂਟਸ ਫਾਰਮ ਹੋਏ। ਆਪਾਂ CSS ਦੀ ਗੱਲ ਕਰ ਰਹੇ ਸੀਗੇ। CSS ਦੀ ਸਪੋਰਟ 3.2 ਦੇ ਵਿੱਚ ਇੰਟਰੋਡਿਊਸ ਕੀਤੀ ਗਈ। 4.01 ਦੇ ਵਿੱਚ ਐਕਸਟਰਨਲ ਸਟਾਈਲ ਸ਼ੀਟਸ ਦਾ ਕਨਸੈਪਟ ਇੰਟਰੋਡਿਊਸ ਕਰਿਆ। ਇਸ ਦੇ ਬਾਰੇ ਆਪਾਂ ਫਿਊਚਰ ਲੈਸਨ ਦੇ ਵਿੱਚ ਵੀ ਗੱਲ ਕਰਾਂਗੇ, ਐਕਸਟਰਨਲ ਸਟਾਈਲ ਸ਼ੀਟਸ ਕੀ ਹੁੰਦੀਆਂ। ਨਿਊ ਟੈਗਸ ਇੰਟਰੋਡਿਊਸ ਕੀਤੇ ਗਏ। ਨੈਕਸਟ ਆਇਆ HTML 5.0, ਜਿਹੜਾ ਕਿ ਇਹ ਕਰੰਟ ਵਰਜ਼ਨ ਹੈ। ਇਹ ਹੋਇਆ ਰਿਲੀਜ਼ 2012 ਦੇ ਵਿੱਚ। ਇਸ ਦੇ ਵਿੱਚ ਵੀ ਬਹੁਤ ਸਾਰੇ ਨਿਊ ਟੈਗਸ ਇੰਟਰੋਡਿਊਸ ਕੀਤੇ ਗਏ, ਲਾਈਕ ਈਮੇਲ ਟੈਗ, ਪਾਸਵਰਡ ਟੈਗ, ਆਡੀਓ ਟੈਗ। ਬਾਕੀ ਜਿਹੜੇ ਟੈਗ ਆਲਰੇਡੀ ਵੀ ਯੂਜ਼ ਕਰ ਰਹੇ ਸੀਗੇ ਉਸਨਾਂ ਨੂੰ ਬੈਟਰ ਕੀਤਾ ਗਿਆ ਤੇ ਪਲੱਸ ਨਿਊ ਟੈਗਸ ਇੰਟਰੋਡਿਊਸ ਕਰੇ ਗਏ, ਜਿਸ ਤਰ੍ਹਾਂ ਈਮੇਲ ਟੈਗਸ, ਪਾਸਵਰਡ ਟੈਗ, ਆਡੀਓ ਟੈਗਸ, ਹੈਡਰ ਫੁਟਰ ਟੈਗ ਤੇ ਸੈਕਸ਼ਨ ਟੈਗ। ਇਸ ਜਿੰਨੇ ਵੀ ਵਿੱਚ ਆਪਾਂ ਟੈਗ ਦੀ ਗੱਲ ਕੀਤੀ ਹੈ, ਜਿੰਨੇ ਵੀ ਵਰਜ਼ਨ ਦੇ ਵਿੱਚ, ਆਪਾਂ ਸਾਰੇ ਟੈਗਸ ਦੀ ਗੱਲ ਨੈਕਸਟ ਆਪਣੇ ਫਿਊਚਰ ਲੈਸਨ ਦੇ ਵਿੱਚ ਇਸ ਦੇ ਬਾਰੇ ਡਿਟੇਲ ਵਿੱਚ ਗੱਲ ਕਰਾਂਗੇ। ਇਹ ਸੀ ਆਪਣੇ ਬੱਚੇ ਵਰਜ਼ਨਸ ਆਫ HTML, ਜਦੋਂ ਇਹਦੀ ਡਿਵੈਲਪਮੈਂਟ ਚੱਲ ਰਹੀ ਸੀਗੀ, ਕਿਸ ਤਰ੍ਹਾਂ ਵਰਜ਼ਨ ਰਿਲੀਜ਼ ਹੋਏ, ਉਹਨਾਂ ਦੇ ਵਿੱਚ ਕੀ ਆਪਸ਼ਨ ਸੀਗੀਆਂ, ਕੀ ਇੰਟਰੋਡਿਊਸ ਕਰਿਆ ਗਿਆ, ਕਿਸ ਤਰ੍ਹਾਂ ਉਹਦੇ ਵਿੱਚ ਸਾਰਾ ਕੁਝ ਹੋਇਆ। ਤੇ ਨੈਕਸਟ ਆਪਾਂ ਗੱਲ ਕਰਾਂਗੇ ਬੇਸਿਕ ਆਫ HTML ਸਟਰਕਚਰ। ਇੱਕ HTML ਸਟਰਕਚਰ ਦਾ ਇੱਕ ਬੇਸਿਕ ਸਟਰਕਚਰ ਕੀ ਹੈ। HTML ਦੇ ਵਿੱਚ ਬੇਟੇ ਦੋ ਪਾਰਟ ਹੁੰਦੇ ਆ ਮੇਨਲੀ, ਹੈਡ ਸੈਕਸ਼ਨ ਐਂਡ ਬਾਡੀ ਸੈਕਸ਼ਨ।
ਹੈਡ ਸੈਕਸ਼ਨ ਬੇਟੇ ਉਹ ਹੁੰਦਾ ਹੈ ਜਿਹਦੇ ਵਿੱਚ ਆਪਾਂ ਇੱਕ ਟਾਈਟਲ ਟੈਗ ਇਨਸਰਟ ਕਰ ਸਕਦੇ ਹਾਂ, ਪਲੱਸ ਆਪਾਂ ਇੱਕ ਮੇਟਾ ਡਾਟਾ ਇਨਫੋਰਮੇਸ਼ਨ ਦੇ ਸਕਦੇ ਹਾਂ, ਪਲੱਸ ਆਪਾਂ ਲਿੰਕਸ ਆਫ ਐਕਸਟਰਨਲ ਸਕ੍ਰਿਪਟ ਐਂਡ ਸਟਾਈਲ ਸ਼ੀਟਸ ਆਪਾਂ ਪਲੇਸ ਕਰ ਸਕਦੇ ਹਾਂ ਉਹਦੇ ਵਿੱਚ। ਜ਼ਿਆਦਾਤਰ ਜਿਹੜੀ ਹੈਡ ਸੈਕਸ਼ਨ ਦੇ ਵਿੱਚ ਉਹ ਇਨਫੋਰਮੇਸ਼ਨ ਹੁੰਦੀ ਹੈ ਜਿਹੜੀ ਐਕਚੁਅਲ 'ਚ ਵਿਜ਼ੀਬਲ ਨਹੀਂ ਹੁੰਦੀ, ਬਟ ਬੈਕਗਰਾਊਂਡ ਤੇ ਇੰਪਲੀਮੈਂਟ ਹੁੰਦੀ ਹੈ। ਮੇਟਾ ਡਾਟਾ ਇਨਫੋਰਮੇਸ਼ਨ ਕੀ ਹੁੰਦੀ ਹੈ? ਜਿਹੜੀ ਇੱਕ ਵੈਬਸਾਈਟ ਨੂੰ ਟ੍ਰੈਫਿਕ ਇੰਕਰੀਜ਼ ਕਰਨ ਵਾਸਤੇ ਆਪਾਂ ਯੂਜ਼ ਕਰਦੇ ਹਾਂ। ਇਹ ਐਕਚੁਅਲ 'ਚ ਵਿਜ਼ੀਬਲ ਨਹੀਂ ਹੈ, ਬਟ ਇਹ ਬੈਨੀਫੀਸ਼ੀਅਲ ਹੈ ਸਰਚ ਇੰਜਨ ਵਾਸਤੇ। ਲਿੰਕਿੰਗ ਆਫ ਐਕਸਟਰਨਲ ਸਕ੍ਰਿਪਟ ਐਂਡ ਸਟਾਈਲ ਸ਼ੀਟਸ ਉਹ ਹੁੰਦੀਆਂ ਜਿਹੜੀ ਸਟਾਈਲ ਸ਼ੀਟਸ ਆਪਾਂ ਯੂਜ਼ ਕਰਦੇ ਹਾਂ ਇੱਕ ਵੈਬਸਾਈਟ ਨੂੰ ਉਹਦੀ ਲੁੱਕ ਨੂੰ ਬੈਟਰ ਕਰਨ ਵਾਸਤੇ। ਉਦੋਂ ਜਿਹੜੀਆਂ ਐਕਸਟਰਨਲ ਸ਼ੀਟਸ ਹੁੰਦੀਆਂ ਉਸ ਨੂੰ ਆਪਾਂ ਲਿੰਕ ਕਰਨ ਵਾਸਤੇ ਉਸ ਵੈਬ ਪੇਜ ਨਾਲ ਆਪਾਂ ਉਹਦੇ ਲਿੰਕਸ ਯੂਜ਼ ਕਰਦੇ ਹਾਂ। ਹਾਂ, ਟਾਈਟਲ ਟੈਗ ਹੈ ਜਿਹੜਾ ਉਹ ਇੱਕ ਆਪਣੇ ਵੈਬ ਬਰਾਊਜ਼ਰ ਦੇ ਸ਼ੋ ਕਰਨ ਵਾਸਤੇ ਹੁੰਦਾ ਹੈ, ਉਹ ਵੀ ਮੈਂ ਤੁਹਾਨੂੰ ਹੁਣੇ ਦਿਖਾ ਦਿੰਦਾ। ਨੈਕਸਟ ਹੈ ਬੋਡੀ ਸੈਕਸ਼ਨ। ਬੋਡੀ ਸੈਕਸ਼ਨ ਇਹਦਾ ਮੇਨ ਸੈਕਸ਼ਨ ਹੁੰਦਾ ਹੈ। ਇਹ ਸੈਕਸ਼ਨ ਬੇਟਾ ਉਹ ਹੁੰਦਾ ਹੈ ਜਿਹਦੇ ਵਿੱਚ ਐਕਚੁਅਲ ਦੇ ਵਿੱਚ ਆਪਾਂ ਵਰਕ ਕਰਦੇ ਹਾਂ। ਜਦੋਂ ਕੋਈ ਵੀ ਆਪਾਂ ਵੈਬਸਾਈਟ ਵਿਜ਼ਿਟ ਕਰਦੇ ਹਾਂ ਉਹਦੇ ਉੱਪਰ ਆਪਾਂ ਕੋਈ ਵੀ ਇਨਫੋਰਮੇਸ਼ਨ ਰੀਡ ਕਰ ਰਹੇ ਹਾਂ ਜਾਂ ਕੋਈ ਆਪਾਂ ਵੀਡੀਓ ਦੇਖ ਰਹੇ ਹਾਂ ਜਾਂ ਕੋਈ ਆਪਾਂ ਗੇਮ ਖੇਡ ਰਹੇ ਹਾਂ, ਦੈਟ ਇਜ਼ ਅ ਪਾਰਟ ਆਫ ਬੋਡੀ ਸੈਕਸ਼ਨ। ਉਹ ਸਾਰਾ ਕੀ ਹੁੰਦਾ ਹੈ? ਬੋਡੀ ਸੈਕਸ਼ਨ। ਨੈਕਸਟ ਆਪਾਂ ਬੇਟੇ ਗੱਲ ਕਰਦੇ ਹਾਂ ਇਹਦਾ ਬੇਸਿਕ ਸਟਰਕਚਰ ਕੀ ਹੈ। ਇੱਕ ਆਪਾਂ HTML ਦੀ ਡਾਕੂਮੈਂਟ ਕ੍ਰੀਏਟ ਕਰਨਾ ਹੈ, ਉਹਦਾ ਇੱਕ ਬੇਸਿਕ ਸਟਰਕਚਰ ਕਿਸ ਤਰ੍ਹਾਂ ਕ੍ਰੀਏਟ ਕਰਿਆ ਜਾਂਦਾ ਹੈ। ਤੁਸੀਂ ਰਾਈਟ ਸਾਈਡ ਤੇ ਦੇਖ ਰਹੇ ਹੋ ਇੱਕ ਔਰੇਂਜ ਵਿੰਡੋ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਆਪਾਂ HTML ਸਟਰਕਚਰ ਕ੍ਰੀਏਟ ਕਰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਲਿਖਦੇ ਹਾਂ HTML। ਇਸ ਦੀ ਆਪਾਂ ਡਿਟੇਲ ਆਪਾਂ ਨੈਕਸਟ ਲੈਕਚਰ ਦੇ ਵਿੱਚ ਗੱਲ ਕਰਾਂਗੇ। ਕੋਈ ਵੀ HTML ਡਾਕੂਮੈਂਟ ਹੈ HTML ਟੈਗ ਤੋਂ ਸਟਾਰਟ ਹੁੰਦਾ ਹੈ। ਨੈਕਸਟ ਆਪਾਂ ਲਿਖਦੇ ਹਾਂ ਹੈਡ ਟੈਗ। ਹੈਡ ਟੈਗ ਦੇ ਵਿੱਚ ਆਪਾਂ ਲਿਖਦੇ ਹਾਂ ਟਾਈਟਲ ਟੈਗ। ਟਾਈਟਲ ਟੈਗ ਦੇ ਅੰਦਰ ਆਪਾਂ ਲਿਖਿਆ ਟਾਈਟਲ goes here, whatever title we want to give to that web page we will write at this place। ਜਦੋਂ ਆਪਾਂ ਟਾਈਟਲ ਦਾ ਜੋ ਵੀ ਟਾਈਟਲ ਦੇਣਾ ਹੈ ਆਪਾਂ ਲਿਖ ਲਿਆ, ਉਸ ਤੋਂ ਬਾਅਦ ਆਪਾਂ ਟਾਈਟਲ ਟੈਗ ਨੂੰ ਕਲੋਜ਼ ਕਰਨਾ ਹੈ। ਦੇਖੋ ਕੋਈ ਵੀ ਟੈਗ ਆਪਾਂ HTML ਦੇ ਵਿੱਚ ਓਪਨ ਕਰਦੇ ਹਾਂ ਤਾਂ ਉਸ ਨੂੰ ਕਲੋਜ਼ ਵੀ ਕਰਨਾ ਹੈ। ਨੈਕਸਟ ਟਾਈਟਲ ਟੈਗ ਜਦੋਂ ਆਪਾਂ ਕੰਪਲੀਟ ਹੋ ਗਿਆ, ਫਿਰ ਉਸ ਤੋਂ ਬਾਅਦ ਅਗਰ ਆਪਾਂ ਕੋਈ ਅਦਰ ਇਨਫੋਰਮੇਸ਼ਨ ਹੈਡ ਸੈਕਸ਼ਨ ਦੇ ਵਿੱਚ ਦੇਣੀ ਲਾਈਕ ਮੈਟਾ ਡਾਟਾ ਇਨਫੋਰਮੇਸ਼ਨ ਲਿੰਕਸ ਦੇਣੇ ਉਹ ਆਪਾਂ ਦੇ ਸਕਦੇ ਹਾਂ। ਉਸ ਤੋਂ ਬਾਅਦ ਜਦੋਂ ਆਪਾਂ ਹੈਡ ਸੈਕਸ਼ਨ ਦਾ ਆਪਣਾ ਵਰਕ ਕੰਪਲੀਟ ਹੋ ਗਿਆ, ਫਿਰ ਆਪਾਂ ਹੈਡ ਸੈਕਸ਼ਨ ਨੂੰ ਆਪਾਂ ਕਲੋਜ਼ ਕਰਾਂਗੇ। ਹੈਡ ਸੈਕਸ਼ਨ ਕਲੋਜ਼ ਕਰਨ ਤੋਂ ਬਾਅਦ ਆਪਾਂ ਬੋਡੀ ਪਾਰਟ ਨੂੰ ਓਪਨ ਕਰਾਂਗੇ। ਬੋਡੀ ਸੈਕਸ਼ਨ ਨਾਲ ਬੋਡੀ ਟੈਗ ਨੂੰ ਆਪਾਂ ਓਪਨ ਕਰਾਂਗੇ। ਉਸ ਤੋਂ ਬਾਅਦ ਬੋਡੀ ਪਾਰਟ ਨੂੰ ਆਪਾਂ ਓਪਨ ਕਰਕੇ ਉਸ ਤੋਂ ਬਾਅਦ whatever you want to display on the website, ਜੋ ਵੀ ਆਪਾਂ ਵੈਬਸਾਈਟ ਤੇ ਆਪਾਂ ਸ਼ੋ ਕਰਨਾ ਹੈ ਕੋਈ ਜਿਹੜੀ ਵੀ ਇਨਫੋਰਮੇਸ਼ਨ either in the form of text or in the form of image or in the form of video, anything, we will write that code at this place in the body tag। ਜਦੋਂ ਵੀ ਆਪਾਂ after completing this part we will close the body tag। ਬੋਡੀ ਟੈਗ ਨੂੰ ਆਪਾਂ ਕਲੋਜ਼ ਕਰਾਂਗੇ। ਉਸ ਤੋਂ ਬਾਅਦ ਆਪਾਂ HTML ਟੈਗ ਨੂੰ ਕਲੋਜ਼ ਕਰਾਂਗੇ। ਇਹ ਆਪਣਾ ਕੀ ਹੋ ਗਿਆ? ਕੰਪਲੀਟ HTML ਸਟਰਕਚਰ, ਇੱਕ ਬੇਸਿਕ ਸਟਰਕਚਰ ਹੈ। ਡਿਟੇਲਸ ਦੇ ਵਿੱਚ ਆਪਾਂ ਆਪਣੇ ਫਿਊਚਰ ਸੈਕਸ਼ਨ ਦੇ ਵਿੱਚ ਗੱਲ ਕਰਾਂਗੇ। ਹੁਣ ਦੇਖੋ ਇਹ ਆਪਾਂ ਇੱਕ ਕੋਡ ਐਂਟਰ ਕਰਿਆ, ਇਸ ਦੀ ਆਊਟਪੁੱਟ ਮੈਂ ਤੁਹਾਨੂੰ ਦਿਖਾ ਦਿੰਦਾ। ਇਹ ਦੇਖੋ ਜਦੋਂ ਆਪਾਂ ਇਸ ਕੋਡ ਨੂੰ ਆਪਾਂ ਐਂਟਰ ਕਰਾਂਗੇ ਤਾਂ ਕੀ ਹੋਏਗਾ? ਇਸ ਦੀ ਆਊਟਪੁੱਟ ਇੱਕ ਮੈਂ ਵੈਬ ਬਰਾਊਜ਼ਰ ਦੇ ਵਿੱਚ ਦਿਖਾ ਰਿਹਾ, ਐਕਚੁਅਲ 'ਚ ਜੋ ਯੂਜ਼ਰ ਨੂੰ ਦਿਖੇਗੀ, ਜਿਹੜਾ ਯੂਜ਼ਰ ਹੈ ਜਿਹੜਾ ਵੈਬਸਾਈਟ ਵਿਜ਼ਿਟ ਕਰ ਰਿਹਾ। ਇਸ ਦੇ ਵਿੱਚ ਬੇਟੇ ਜਿਹੜਾ ਤਾਂ ਮੈਂ ਦਿੱਤਾ ਹੈ ਟਾਈਟਲ ਟੈਗ, ਇਹ ਵਾਲਾ ਟਾਈਟਲ ਟੈਗ ਦੇਖੋ ਵੈਬ ਬਰਾਊਜ਼ਰ ਦੇ ਕਿੱਥੇ ਆ ਰਿਹਾ ਹੈ? here it is coming, title goes here, whatever we write in a body tag, ਇਹ ਚੀਜ਼ ਜੋ ਆਪਾਂ ਲਿਖੀਏ ਬੋਡੀ ਟੈਗ ਦੇ ਵਿੱਚ ਇਹ ਕਿੱਥੇ ਆ ਰਹੀ ਹੈ? ਵਾਈਟ ਪੋਰਸ਼ਨ ਦੇ ਵਿੱਚ। ਦੇਖੋ ਇਹ ਸਾਰਾ ਕੀ ਹੈ? ਬੋਡੀ ਟੈਗ। ਜਿਹੜਾ ਵੀ ਤੁਹਾਡਾ ਦਿਸ ਪਾਰਟ ਹੈ ਇਹ ਕੀ ਹੈ? ਸਾਰਾ ਬੋਡੀ ਸੈਕਸ਼ਨ। ਠੀਕ ਹੈ ਨਾ? ਸੋ ਬੱਚੇ ਆਪਾਂ ਹੁਣੇ ਕਲੀਅਰ ਹੋ ਗਿਆ ਇੱਕ HTML ਦਾ ਬੇਸਿਕ ਸਟਰਕਚਰ ਕੀ ਹੈ। ਦੋ ਸੈਕਸ਼ਨ ਹੁੰਦੇ ਹੈ, ਹੈਡ ਸੈਕਸ਼ਨ ਐਂਡ ਬੋਡੀ ਸੈਕਸ਼ਨ। ਨੈਕਸਟ ਬੱਚੇ ਆਪਾਂ ਫਰਦਰ
ਟੈਗਸ ਬਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਆਪਣੇ ਨੈਕਸਟ ਲੈਕਚਰ ਦੇ ਵਿੱਚ। ਸੋ ਬੱਚਿਓ, ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਈ ਤਾਂ ਇਸ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਿਓ ਤੇ ਹੋਰ ਵੀਡੀਓਜ਼ ਵੀ ਦੇਖਦੇ ਰਹੋ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।